हाँ जी, सत श्री अकाल जी। स्वागत है तुहाडा सारा दा पंजाब अड्डा 24/7 ਦੇ ਸੀ YouTube ਚੈਨਲ ਤੇ। ਮੇਰਾ ਨਾਮ ਹੈ ਰੋਹਿਤ ਤੇ ਅੱਜ ਮੈਂ ਲੈ ਕੇ ਤੁਹਾਡੇ ਲਈ ਇੱਕ ਹੋਰ ਇੰਪੋਰਟੈਂਟ ਕਲਾਸ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਸੀ ਦੀਵਾਲੀ ਹੈ ਨਾ, ਤਾਂ ਦੀਵਾਲੀ ਸਭ ਨੇ ਮਨਾਈ ਹੈ ਔਰ ਬੜਾ ਹੀ ਖੁਸ਼ੀਆਂ ਦਾ ਤਿਉਹਾਰ ਸੀ ਔਰ ਬਹੁਤ ਵਧੀਆ ਦੀਵਾਲੀ ਹੈ ਸਭ ਦੀ। ਤਾਂ ਉਮੀਦ ਕਰਦਾ ਤੁਹਾਡੀ ਵੀ ਜੋ ਦੀਵਾਲੀ ਤੁਸੀਂ ਮਨਾਈ ਹੈ ਬਹੁਤ ਖੂਬਸੂਰਤ ਰਹੀ ਹੋਏਗੀ। ਤਾਂ ਬਸ ਹੁਣ ਦੀਵਾਲੀ ਚਲੀ ਗਈ ਹੈ, ਠੀਕ ਹੈ। ਤਾਂ ਹੁਣ ਜਿਹੜਾ ਕਿ ਆਪਾਂ ਸਟੱਡੀ ਦੇ ਵੱਲ ਜ਼ੋਰ ਦੇਣਾ ਹੈ ਔਰ ਮਿਲ ਕੇ ਜਿਹੜਾ ਕੀ ਹੈ ਫਿਰ ਤੋਂ ਸਟੱਡੀ ਨੂੰ ਸਟਾਰਟ ਕਰਾਂਗੇ। ਲੇਕਿਨ ਤੁਹਾਡੀ ਸਟੱਡੀ ਦੇ ਵਿੱਚ ਰੁਕਾਵਟ ਆਪਾਂ ਆਉਣ ਨਹੀਂ ਦਿੱਤੀ ਸੀ, ਠੀਕ ਹੈ। ਤਾਂ ਜਿਵੇਂ ਹੀ ਜਿਹੜਾ ਕੀ ਹੈ ਹੁਣ ਆਪਾਂ 1-2 ਦਿਨਾਂ ਤੋਂ ਸਹੀ ਤਰੀਕੇ ਦੇ ਨਾਲ ਲਾਈਵ ਕਲਾਸਾਂ ਵੀ ਸਟਾਰਟ ਕਰ ਦਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਫਿਰ ਇੱਕ ਵਾਰ ਜ਼ੋਰ ਫੜਾਂਗੇ ਆਪਣੀ ਸਟੱਡੀ ਨੂੰ ਲੈ ਕੇ, ਠੀਕ ਹੈ। ਕਲੀਅਰ ਹੈ? ਤਾਂ ਲਓ ਵੀ ਫਟਾਫਟ ਇੱਕ ਵਾਰੀ ਸ਼ੇਅਰ ਕਰ ਦਿਓ, ਦੱਸ ਦਿਓ ਕਿ ਕਲਾਸ ਜਿਹੜੀ ਹੈ 50 MCQ ਦੀ ਜੋ 2 दिन ਤੁਸੀਂ ਲਗਾ ਚੁੱਕੇ ਹੋ ਔਰ ਅੱਜ ਤੀਸਰਾ ਦਿਨ ਹੈ। ਤਾਂ ਫਟਾਫਟ ਇੱਕ ਵਾਰੀ ਸ਼ੇਅਰ ਕਰ ਦਿਓ, ਦੱਸ ਦਿਓ ਕਿ ਵੀ ਕਲਾਸ ਲੱਗ ਚੁੱਕੀ ਹੈ, ਗੱਬਰ ਇਜ਼ ਬੈਕ, ਠੀਕ ਹੈ। ਕਲੀਅਰ? ਲਓ ਵੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਅੱਜ ਕਿਸੇ ਨੇ ਹਾਲੇ ਤੱਕ ਐਪ ਡਾਊਨਲੋਡ ਨਹੀਂ ਕੀਤੀ ਤਾਂ ਐਪ ਜ਼ਰੂਰ ਡਾਊਨਲੋਡ ਕਰ ਲਓ, ਕਿਉਂਕਿ ਐਪ ਦੇ ਉੱਪਰ ਹੀ ਤੁਹਾਨੂੰ ਹੁਣ ਮਿਲਣ ਕਰਨਗੇ 10 ਮਹੱਤਵਪੂਰਨ MCQ, ਠੀਕ ਹੈ, ਮਾਸਟਰ ਕਾਡਰ ਦੇ ਨਾਲ, ਤਾਂ ਕਿ ਤੁਹਾਡੀ ਤਿਆਰੀ 'ਚ ਕੋਈ ਰੁਕਾਵਟ ਨਾ ਆਵੇ। ਔਰ ਅਗਰ ਅੱਜ ਚੈਨਲ ਦੇ ਉੱਪਰ ਕੋਈ ਨਵਾਂ ਆਇਆ ਤਾਂ ਲੱਗਦੇ ਹੱਥ ਫਿਰ ਇੱਕ ਵਾਰੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਔਰ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਉਹ ਮਿਲਦਾ ਰਹੇ, ਠੀਕ ਹੈ। ਕਲੀਅਰ? ਲਓ ਵੀ ਤਾਂ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਕਿ ਕਿੱਸਾ ਵਿਸ਼ਾ ਵਸਤੂ ਪੱਖ ਤੋਂ ਕਿਹੜੀ ਭਾਸ਼ਾ ਦਾ ਹੈ। ਇੱਥੇ ਗੱਲ ਕੀਤੀ ਗਈ ਹੈ ਵਿਸ਼ਾ ਵਸਤੂ ਪੱਖ ਤੋਂ, ਤਾਂ ਫਾਰਸੀ ਹੈ, ਸੰਸਕ੍ਰਿਤ ਹੈ, ਅਰਬੀ ਹੈ ਜਾਂ ਫਿਰ ਪੰਜਾਬੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਬਣਦਾ ਹੈ ਉਹ ਹੈ ਪੰਜਾਬੀ, ਠੀਕ ਹੈ। ਕਲੀਅਰ ਹੈ? ਇਸ ਦਾ ਸਹੀ ਆਨਸਰ ਜੋ ਬਣਦਾ ਹੈ ਉਹ ਬਣਦਾ ਹੈ ਪੰਜਾਬੀ। ਤਾਂ ਆਨਸਰ ਜਿਹੜਾ ਹੈ ਡੀ ਉਹ ਬਿਲਕੁਲ ਸਹੀ, ਠੀਕ ਹੈ। ਕਲੀਅਰ ਹੈ? ਤਾਂ ਅਗਲਾ ਪ੍ਰਸ਼ਨ ਹੈ ਰਾਜੇ ਕਿ ਵਾਰ ਜੋ ਹੈ ਉਹ ਕਿਸ ਛੰਦ ਦੇ ਵਿੱਚ ਰਚੀ ਜਾਂਦੀ ਹੈ। ਪੌੜੀ ਛੰਦ ਦੇ ਵਿੱਚ, ਦੋਹਰਾ ਛੰਦ ਦੇ ਵਿੱਚ, ਦਵਈਆ ਛੰਦ ਜਾਂ ਚੌਪਈ ਛੰਦ। ਤਾਂ ਵਾਰ ਹਮੇਸ਼ਾ ਜਿਹੜਾ ਕੀ ਹੈ ਪੌੜੀ ਛੰਦ ਦੇ ਵਿੱਚ ਰਚੀ ਜਾਂਦੀ ਹੈ। ਇਸ ਦਾ ਆਨਸਰ ਜਿਹੜਾ ਕੀ ਹੈ ਉਹ ਏ ਹੈ, ਠੀਕ ਹੈ। ਕਲੀਅਰ ਹੈ? ਪੌੜੀਆਂ ਦੇ ਵਿੱਚ ਰਚੀ ਜਾਂਦੀ ਹੈ। ਤਾਂ ਇਹ ਆਨਸਰ ਇਸ ਦਾ ਬਿਲਕੁਲ ਸਹੀ ਆਨਸਰ ਹੈ। ਔਰ ਅਗਲਾ ਪ੍ਰਸ਼ਨ ਹੈ ਕਿ ਛੰਦ ਜੋ ਹੈ ਉਹ ਕਿੰਨੀ ਕਿਸਮ ਦੇ ਹੁੰਦੇ ਹਨ, 2, 3, 4 ਜਾਂ ਫਿਰ 5। ਤਾਂ ਛੰਦ ਕਿੰਨੀ ਕਿਸਮ ਦੇ ਹੁੰਦੇ ਹਨ, 2, 3, 4 ਜਾਂ ਫਿਰ ਛੰਦ। ਤਾਂ ਛੰਦ ਜਿਹੜੇ ਹੁੰਦੇ ਹੈ ਉਹ 3 ਕਿਸਮ ਦੇ ਹੁੰਦੇ ਨੇ। ਇੱਕ ਵਰਣਿਕ ਛੰਦ ਹੋ ਗਿਆ, ਇੱਕ ਗਣਿਕ ਛੰਦ ਹੋ ਗਿਆ ਤੇ ਇੱਕ ਜਿਹੜਾ ਹੈ ਆਪਣੇ ਕੋਲੇ ਮਾਤ੍ਰਿਕ ਛੰਦ ਹੋ ਗਿਆ, ਠੀਕ ਹੈ। ਤਾਂ 3 ਤਰ੍ਹਾਂ ਦੇ ਛੰਦ ਜਿਹੜੇ ਕੀ ਹੈ ਹੁੰਦੇ ਹਨ। ਅਗਲਾ ਪ੍ਰਸ਼ਨ ਹੈ ਕਿ ਸਭ ਤੋਂ ਪਹਿਲਾਂ ਅਧਿਆਤਮਿਕ ਵਾਰ ਜੋ ਹੈ ਉਹ ਕਿਹਨਾਂ ਦੇ ਦੁਆਰਾ ਰਚੀ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੁਆਰਾ ਜਾਂ ਫਿਰ ਸ਼ਾਹ ਹੁਸੈਨ, ਭਾਈ ਗੁਰਦਾਸ ਜੀ ਜਾਂ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ। ਤਾਂ ਇਹ ਰਚੀ ਗਈ ਹੈ ਰਾਜੇ ਸਭ ਤੋਂ ਪਹਿਲਾਂ ਅਗਰ ਅਧਿਆਤਮਿਕ ਵਾਰ ਦੀ ਗੱਲ ਕਰੀਏ ਤਾਂ ਬਾਬਾ ਨਾਨਕ ਜੀ ਦੁਆਰਾ ਰਚੀ ਗਈ ਹੈ। ਤਾਂ ਇਹ ਆਨਸਰ ਇਸ ਦਾ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਕਿ ਕਿਹੜੇ ਛੰਦ ਨੂੰ ਉਲਟਾ ਦਿੱਤਾ ਜਾਵੇ ਤਾਂ ਦੋਹਰਾ ਬਣ ਜਾਂਦਾ ਹੈ, ਦੋਹਰਾ ਛੰਦ ਬਣ ਜਾਂਦਾ। ਤਾਂ ਕਿਹੜਾ ਛੰਦ ਹੈ? ਕੋਰੜਾ, ਬੈਂਤ, ਚੌਪਈ ਜਾਂ ਫਿਰ ਸੌਰਠ। ਤਾਂ ਬਹੁਤ ਹੀ ਮਹੱਤਵਪੂਰਨ, ਤੁਹਾਨੂੰ ਸਭ ਨੂੰ ਆਉਂਦਾ ਹੀ ਹੈ। ਇਸ ਦਾ ਆਨਸਰ ਹੈ ਡੀ। ਤਾਂ ਸੌਰਠ ਜੋ ਛੰਦ ਹੈ ਜਦੋਂ ਇਸ ਨੂੰ ਉਲਟਾ ਦਈਏ ਤਾਂ ਇਹ ਬਣ ਜਾਂਦਾ ਹੈ ਦੋਹਰਾ ਛੰਦ, ਠੀਕ ਹੈ। ਕਲੀਅਰ ਹੈ? ਮਾਤਰਾ ਦੇ ਆਧਾਰ ਤੇ ਹੈ ਔਰ ਉਹਨਾਂ ਮਾਤਰਾ ਦੇ ਵਿਸ਼ਰਾਮ ਤੇ ਆਧਾਰਿਤ ਹੈ। ਤਾਂ ਨਿੰਦਾ ਦਾ ਵਿਰੋਧੀ ਸ਼ਬਦ ਕੀ ਹੈ? ਚੁਗਲੀ, ਉਸਤਤ, ਕੋਸਣਾ ਜਾਂ ਫਿਰ ਚੁਟਕਲਾ। ਤਾਂ ਨਿੰਦਾ ਸ਼ਬਦ ਦਾ ਮਤਲਬ ਹੁੰਦਾ ਹੈ ਕਿਸੇ ਦੀ ਬੁਰਾਈ ਕਰਨੀ, ਤਾਂ ਇਸ ਦਾ ਵਿਰੋਧੀ ਸ਼ਬਦ ਬਣ ਜਾਏਗਾ ਕਿਸੇ ਦੀ ਪ੍ਰਸ਼ੰਸਾ ਕਰਨੀ, ਉਸਤਤ। ਤਾਂ ਬੀ ਆਨਸਰ ਇਸ ਦਾ ਬਿਲਕੁਲ ਸਹੀ ਆਨਸਰ ਹੈ। ਤਾਂ ਬੀ ਆਨਸਰ ਬਿਲਕੁਲ ਸਹੀ। ਅਗਲਾ ਪ੍ਰਸ਼ਨ ਹੈ ਕਿ ਹਾਫਿਜ਼ ਬਰਖੁਰਦਾਰ ਦੀ ਜਾਤ ਕੀ ਸੀ? ਪੱਟੀ, ਰਾਜਪੂਤ, ਕੁਮਿਆਰ ਜਾਂ ਫਿਰ ਜੱਟ। ਤਾਂ ਗੱਲ ਹੋਈ ਹੈ ਹਾਫਿਜ਼ ਬਰਖੁਰਦਾਰ ਦੀ। ਤਾਂ ਹਾਫਿਜ਼ ਬਰਖੁਰਦਾਰ ਜਾਤੀ ਤੌਰ ਤੇ ਜੱਟ ਸਨ। ਤਾਂ ਡੀ ਆਨਸਰ ਬਿਲਕੁਲ ਸਹੀ ਹੈ। ਗੁਰੂ ਵਰਨ ਦੀਆਂ ਕਿੰਨੀਆਂ ਮਾਤਰਾਵਾਂ ਹੁੰਦੀਆਂ ਹਨ? ਤੁਹਾਨੂੰ ਮੈਂ ਦੱਸਿਆ ਸੀਗਾ ਕਿ ਮਾਤਰਾ ਦੇ ਆਧਾਰ ਤੇ ਜੋ ਲਗਾਂ ਨੇ ਉਹ 2 ਤਰੀਕੇ ਦੀਆਂ ਹੈ ਨਾ, ਇੱਕ ਗੁਰੂ ਤੇ ਇੱਕ ਜਾਣੀ ਕਿ ਦੀਰਘ ਕਹਿ ਲਓ ਔਰ ਇੱਕ ਹੈ ਲਘੂ। ਤਾਂ ਦੇਖੋ 1 ਮਾਤਰਾ ਵਾਲੇ ਨੂੰ ਲਘੂ ਕਹਿੰਦੇ ਔਰ 2 ਮਾਤਰਾ ਵਾਲੇ ਨੂੰ ਗੁਰੂ। ਤਾਂ ਇੱਥੇ ਆਨਸਰ ਕੀ ਬਣ ਜਾਏਗਾ? ਸੀ। ਆਨਸਰ ਕੀ ਬਣ ਜਾਏਗਾ? ਸੀ। ਤਾਂ 2 ਮਾਤਰਾਵਾਂ ਹੁੰਦੀਆਂ ਹਨ ਗੁਰੂ ਦੇ ਵਿੱਚ, ਠੀਕ ਹੈ। ਤਾਂ ਸੀ ਆਨਸਰ ਬਿਲਕੁਲ ਸਹੀ ਔਰ ਲਘੂ ਦੇ ਵਿੱਚ ਹੁੰਦੀ ਹੈ 1 ਮਾਤਰਾ। ਅਗਲਾ ਪ੍ਰਸ਼ਨ ਹੈ ਕਿ ਕਵਿਤ ਛੰਦ ਦੇ ਵਿੱਚ ਕਿੰਨੇ ਅੱਖਰ ਹੁੰਦੇ ਹਨ? ਅੱਖਰ ਹੁੰਦੇ ਹਨ 30 ਜਾਂ 29 ਜਾਂ 30, 30 ਜਾਂ 31, 31 ਜਾਂ 32, 32 ਜਾਂ 33। ਤਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ। ਤਾਂ ਇਹਦੇ ਵਿੱਚ ਹੁੰਦੇ ਹੈ 31 ਜਾਂ 32 ਅੱਖਰ ਹੁੰਦੇ ਹਨ ਕਵਿਤ ਛੰਦ ਦੇ ਵਿੱਚ, ਠੀਕ ਹੈ। ਤਾਂ ਇਹ ਜਿਹੜਾ ਕੀ ਹੈ ਯਾਦ ਰੱਖਣਾ ਛੰਦ ਬਹੁਤ ਹੀ ਮਹੱਤਵਪੂਰਨ। ਅਗਲਾ ਪ੍ਰਸ਼ਨ ਹੈ ਕਿ ਸੱਭਿਆਚਾਰ ਦੇ ਵਿੱਚ ਕਠੋਰਤਾ ਹੁੰਦੀ ਹੈ, ਖੜੋਤ ਹੁੰਦੀ ਹੈ, ਪਰਿਵਰਤਨਸ਼ੀਲਤਾ ਹੁੰਦੀ ਹੈ ਜਾਂ ਗਤੀਹੀਣਤਾ ਹੁੰਦੀ ਹੈ। ਤਾਂ ਦੇਖੋ ਸੱਭਿਆਚਾਰ ਕਦੇ ਵੀ ਟਿਕਦਾ ਨਹੀਂ ਹੈ, ਖੜੋਤ ਨਹੀਂ ਹੁੰਦੀ ਇਹਦੇ ਵਿੱਚ। ਸੱਭਿਆਚਾਰ ਪਰਿਵਰਤਨਸ਼ੀਲ ਹੁੰਦਾ ਹੈ, ਇਹ ਬਦਲਦਾ ਰਹਿੰਦਾ ਹੈ। ਤਾਂ ਇੱਥੇ ਸੀ ਆਨਸਰ ਜਿਹੜਾ ਕਿ ਆਪਣਾ ਬਣ ਜਾਏਗਾ, ਠੀਕ ਹੈ। ਕਲੀਅਰ? ਲਓ ਜੀ ਅਗਲਾ ਪ੍ਰਸ਼ਨ ਹੈ ਕਿ ਮਾਘੀ ਕਦੋਂ ਹੁੰਦੀ ਹੈ? ਮਾਘੀ ਕਦੋਂ ਹੁੰਦੀ ਹੈ? ਔਰ ਬਹੁਤ ਹੀ ਮਹੱਤਵਪੂਰਨ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਮਾਘੀ ਦਾ ਮੇਲਾ। 40 ਮੁਕਤਿਆਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਮੇਲਾ। ਤਾਂ ਇਹ ਲੋਹੜੀ ਤੋਂ ਅਗਲੇ ਦਿਨ ਹੁੰਦਾ ਹੈ ਯਾਨੀ ਕਿ 14 ਜਨਵਰੀ ਨੂੰ। ਤਾਂ ਆਨਸਰ ਇੱਥੇ ਕੀ ਬਣ ਜਾਏਗਾ? ਬੀ। ਆਨਸਰ ਕੀ ਬਣ ਜਾਏਗਾ ਇੱਥੇ? ਬੀ ਬਣ ਜਾਏਗਾ, ਠੀਕ ਹੈ। ਕਲੀਅਰ ਹੈ?
ਲਓ ਜੀ ਅਗਲਾ ਪ੍ਰਸ਼ਨ ਹੈ ਕਿ ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਹੈ ਉਹ ਕਿਸ ਦਾ ਹੈ? ਹਿੰਦੂ ਮਤ ਦਾ, ਸਿੱਖ ਮਤ ਦਾ, ਕਸ਼ਮੀਰੀ ਜਾਂ ਇਸਲਾਮੀ ਮਤ ਦਾ? ਪੰਜਾਬੀ ਪਹਿਰਾਵੇ ਤੇ ਜੋ ਪ੍ਰਭਾਵਸ਼ਾਲੀ ਅਸਰ ਹੈ ਉਹ ਹੈ ਆਪਣੇ ਇੱਥੇ ਮੁਸਲਿਮ ਦਾ। ਠੀਕ ਹੈ ਕਲੀਅਰ ਹੈ। ਤਾਂ ਇੱਥੇ ਆਨਸਰ ਕੀ ਬਣ ਜਾਂਦਾ ਹੈ? ਡੀ। ਆਨਸਰ ਕੀ ਬਣ ਜਾਂਦਾ ਹੈ ਰਾਜੇ? ਡੀ ਬਣ ਜਾਂਦਾ ਹੈ। ਠੀਕ ਹੈ ਕਲੀਅਰ। ਲਓ ਵੀ ਅਗਲਾ ਪ੍ਰਸ਼ਨ ਹੈ ਕਿ ਵਾਰਿਸ ਸ਼ਾਹ ਦਾ, ਠੀਕ ਹੈ ਵਿਰਿਸ ਨਹੀਂ ਵਾਰਿਸ ਸ਼ਾਹ ਦਾ ਜਨਮ ਪੁੱਛਿਆ ਗਿਆ ਹੈ ਰਾਜੇ, ਕਿੱਥੇ ਹੋਇਆ ਹੈ ਵਾਰਿਸ ਸ਼ਾਹ ਦਾ? ਵੈਰੋਵਾਲ ਦੇ ਵਿੱਚ, ਜੰਡਿਆਲਾ ਸ਼ੇਰ ਖਾਂ ਜਾਂ ਫਿਰ ਅਜਨਾਲਾ ਜਾਂ ਫਿਰ ਨਵਾਂਕੋਟ? ਤਾਂ ਵਾਰਿਸ ਸ਼ਾਹ ਦਾ ਜਿਹੜਾ ਜਨਮ ਹੋਇਆ ਹੈ ਉਹ ਹੋਇਆ ਹੈ ਜੰਡਿਆਲਾ ਸ਼ੇਰ ਖਾਂ ਦੇ ਵਿੱਚ। ਤਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ, ਇਹ ਧਿਆਨ ਰੱਖਣਾ ਹੈ। ਅਗਲਾ ਪ੍ਰਸ਼ਨ ਹੈ ਰਾਜੇ ਕਿ ਕਾਦਰ ਯਾਰ ਦੀ ਕਿਹੜੀ ਰਚਨਾ ਨੂੰ ਰਾਣੀ ਕੋਕਿਲਾਂ ਦੀ ਵਾਰ ਵੀ ਕਿਹਾ ਜਾਂਦਾ ਹੈ? ਕਾਦਰ ਯਾਰ ਦੀ ਕਿਹੜੀ ਰਚਨਾ ਨੂੰ? ਤਾਂ ਦੇਖੋ ਵਾਰ ਵਾਲਾ ਜਿਹੜਾ ਟੌਪਿਕ ਹੈ ਨਾ ਇਹ ਚੰਗੀ ਤਰ੍ਹਾਂ ਨੋਟ ਹੋਣਾ ਚਾਹੀਦਾ ਤੁਹਾਡਾ, ਕਿਉਂਕਿ ਮੈਂ ਤੁਹਾਨੂੰ ਥਿਊਰੀ ਰੂਪ 'ਚ ਕਰਵਾਇਆ ਹੋਇਆ। ਤਾਂ ਕਾਦਰ ਯਾਰ ਦੀ ਕਿਹੜੀ ਰਚਨਾ ਨੂੰ ਰਾਣੀ ਕੋਕਿਲਾ ਦੀ ਵਾਰ ਵੀ ਕਿਹਾ ਜਾਂਦਾ ਹੈ? ਪੂਰਨ ਭਗਤ ਸਿੰਘ ਰੋਜ਼ਨਾਮਾ, ਰਾਜਾ ਰਸਾਲੂ ਜਾਂ ਫਿਰ ਮੀਆਂ ਰਾਜ਼ਨਾਮਾ? ਤਾਂ ਇਹ ਕਿਹਾ ਜਾਂਦਾ ਹੈ ਰਾਜਾ ਰਸਾਲੂ ਨੂੰ। ਠੀਕ ਹੈ, ਰਾਜਾ ਰਸਾਲੂ ਕਾਦਰ ਯਾਰ ਦੀ ਕਿਹੜੀ ਰਚਨਾ ਹੈ? ਰਾਜਾ ਰਸਾਲੂ ਹੈ, ਜਿਸ ਨੂੰ ਕੋਕਿਲਾ ਦੀ ਵਾਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਕਿ ਵਾਰਿਸ ਸ਼ਾਹ ਨੇ ਹੀਰ ਦੀ ਰਚਨਾ ਕਿਸ ਦੇ ਆਖਣ ਤੇ ਕੀਤੀ? ਬਹੁਤ ਹੀ ਮਹੱਤਵਪੂਰਨ। ਤਾਂ ਇਹ ਦੋਸਤਾਂ ਦੇ ਆਖਣ ਤੇ ਕੀਤੀ ਸੀ ਵਾਰਿਸ ਸ਼ਾਹ ਨੇ ਹੀਰ ਦੀ ਰਚਨਾ। ਤਾਂ ਆਨਸਰ ਬਣ ਜਾਏਗਾ ਇੱਥੇ ਆਪਣਾ ਡੀ। ਠੀਕ ਹੈ ਕਲੀਅਰ। ਅਗਲਾ ਪ੍ਰਸ਼ਨ ਹੈ ਰਾਜੇ ਆਪਣੇ ਕੋਲ ਕਿ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਦੀ ਰਚਨਾ ਦੇ ਵਿੱਚ ਕਿਹੜਾ ਛੰਦ ਵਰਤਿਆ ਹੈ? ਸ਼ਾਹ ਮੁਹੰਮਦ ਨੇ ਤਾਂ ਬੈਂਤ ਛੰਦ ਵਰਤਿਆ ਹੈ, ਕੋਰੜਾ, ਡਿਉੜ ਜਾਂ ਫਿਰ ਡਿਉੜ ਹੈ ਇਹ। ਠੀਕ ਹੈ, ਦਿਉੜ ਨਹੀਂ ਤਾਂ ਡਿਉੜ ਹੈ ਜਾਂ ਫਿਰ ਦਵਈਆ ਹੈ। ਤਾਂ ਬਹੁਤ ਹੀ ਮਹੱਤਵਪੂਰਨ ਹੈ। ਤਾਂ ਇਸ ਵਿੱਚ ਜਿਹੜਾ ਵਰਤਿਆ ਗਿਆ ਹੈ ਉਹ ਹੈ ਬੈਂਤ ਛੰਦ। ਤਾਂ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਵਿੱਚ ਜਿਹੜਾ ਛੰਦ ਵਰਤਿਆ ਹੈ ਉਹ ਕਿਹੜਾ ਹੈ? ਬੈਂਤ ਛੰਦ ਵਰਤਿਆ ਗਿਆ ਹੈ ਸ਼ਾਹ ਮੁਹੰਮਦ ਜੀ ਦੁਆਰਾ। ਠੀਕ ਹੈ ਕਲੀਅਰ। ਲਓ ਜੀ ਅਗਲਾ ਪ੍ਰਸ਼ਨ ਹੈ ਕਿ ਵਾਰਿਸ ਦੀ ਹੀਰ ਜਿਹੜੀ ਹੈ ਉਹ ਕਦੋਂ ਸੰਪੂਰਨ ਹੋਈ? 1760 ਦੇ ਵਿੱਚ, 1750 ਦੇ ਵਿੱਚ ਜਾਂ 56 ਦੇ ਵਿੱਚ ਜਾਂ ਫਿਰ 1766? ਤਾਂ ਬਹੁਤ ਹੀ ਮਹੱਤਵਪੂਰਨ ਔਰ ਅਖੀਰ ਤੇ ਇਹਨਾਂ ਨੇ ਲਿਖਿਆ ਵੀ ਹੈ ਕਿ ਕਿਸ ਦਿਨ ਸੰਪੂਰਨ ਹੋਈ ਹੈ। ਤਾਂ ਉਹ ਹੈ 1766। ਇੱਥੇ ਆਨਸਰ ਬਣ ਜਾਂਦਾ ਹੈ ਆਪਣਾ ਡੀ। ਠੀਕ ਹੈ ਕਲੀਅਰ ਹੈ। ਤਾਂ ਬਹੁਤ ਹੀ ਮਹੱਤਵਪੂਰਨ ਆਨਸਰ ਡੀ। ਅਗਲਾ ਪ੍ਰਸ਼ਨ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਸਾਹਿਤਕਾਰ ਕੌਣ ਸੀ? ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਧਨੀ ਰਾਮ ਚਾਤਰਿਕ ਜੀ ਜਾਂ ਫਿਰ ਪ੍ਰੋਫੈਸਰ ਮੋਹਨ ਸਿੰਘ ਜੀ? ਤਾਂ ਇਸ ਦਾ ਆਨਸਰ ਜਿਹੜਾ ਬਣਦਾ ਹੈ ਉਹ ਬਣਦਾ ਹੈ ਅੰਮ੍ਰਿਤਾ ਪ੍ਰੀਤਮ। ਤਾਂ ਬੀ ਆਨਸਰ ਜਿਨ੍ਹਾਂ ਨੇ ਦਿੱਤਾ ਹੈ ਉਹ ਬਿਲਕੁਲ ਸਹੀ। ਠੀਕ ਹੈ ਕਲੀਅਰ ਹੈ। ਤਾਂ ਅੰਮ੍ਰਿਤਾ ਪ੍ਰੀਤਮ ਪੰਜਾਬ ਰਤਨ ਪ੍ਰਾਪਤ ਕਰਨ ਵਾਲੇ ਪਹਿਲੇ, ਠੀਕ ਹੈ, ਕਵੀ ਜਾਂ ਲੇਖਕ। ਧਨੀ ਰਾਮ ਚਾਤਰਿਕ ਜਾਂ ਸਾਹਿਤਕਾਰ? ਧਨੀ ਰਾਮ ਚਾਤਰਿਕ ਨੇ ਕਿਹੜੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਨੌਕਰੀ ਕੀਤੀ ਹੈ? ਤਾਂ ਦੇਖੋ ਦੋ ਪ੍ਰਿੰਟਿੰਗ ਪ੍ਰੈਸ ਜੁੜੀ ਹੋਈ ਹੈ ਧਨੀ ਰਾਮ ਚਾਤਰਿਕ ਜੀ ਦੁਆਰਾ। ਨੌਕਰੀ ਕੀਤੀ ਸੀ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ, ਜੋ ਕਿ ਭਾਈ ਵੀਰ ਸਿੰਘ ਤੇ ਵਜ਼ੀਰ ਜੀ ਦੀ ਪ੍ਰੈਸ ਸੀਗੀ। ਠੀਕ ਹੈ, ਔਰ ਆਪਣੀ ਜਿਹੜੀ ਇਹਨਾਂ ਦੀ ਪ੍ਰੈਸ ਸੀਗੀ ਉਹ ਸੀਗੀ ਸੁਦਰਸ਼ਨ। ਠੀਕ ਹੈ, ਅੰਮ੍ਰਿਤਸਰ ਦੇ ਵਿੱਚ। ਤਾਂ ਇੱਥੇ ਗੱਲ ਨੌਕਰੀ ਦੀ ਹੋਈ ਹੈ ਤਾਂ ਆਨਸਰ ਆਏਗਾ ਆਪਣਾ ਸੀ। ਆਨਸਰ ਆਏਗਾ ਆਪਣਾ ਸੀ। ਠੀਕ ਹੈ ਕਲੀਅਰ। ਲਓ ਜੀ ਅਗਲਾ ਪ੍ਰਸ਼ਨ, ਕਾਲੇ ਪਾਣੀ ਦੀ ਹਨੇਰੀ ਕਵਿਤਾ ਦੇ ਵਿੱਚ ਕਿਸ ਦੀ ਭਵਿੱਖਬਾਣੀ ਕੀਤੀ ਗਈ? ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਇੱਕ ਕਵਿਤਾ ਹੈ ਹਨੇਰੀ। ਤਾਂ ਹਨੇਰੀ ਦੇ ਵਿੱਚ ਕਿਸ ਦੀ ਭਵਿੱਖਬਾਣੀ ਕੀਤੀ ਗਈ ਹੈ? ਸੰਘਰਸ਼ ਦੀ, ਦੂਜੇ ਵਿਸ਼ਵ ਯੁੱਧ ਦੀ ਜਾਂ ਸੁਤੰਤਰਤਾ ਦੀ ਜਾਂ ਫਿਰ ਬਦਲਾਅ ਦੀ? ਇਹਦੇ ਵਿੱਚ ਗੱਲ ਕੀਤੀ ਗਈ ਸੀ ਦੂਜੇ ਵਿਸ਼ਵ ਯੁੱਧ ਦੀ। ਤਾਂ ਦੇਖੋ ਦੂਜਾ ਵਿਸ਼ਵ ਯੁੱਧ ਹੁੰਦਾ ਹੈ 1939 ਔਰ 1945 ਤੱਕ ਇਹ ਚੱਲਦਾ ਹੈ। ਔਰ ਦੇਖੋ 44 ਦੇ ਵਿੱਚ ਇਹਨਾਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ। ਤਾਂ ਦੇਖ ਲਓ ਪਹਿਲਾਂ ਹੀ ਇਹਨਾਂ ਨੇ ਜਿਹੜੀ ਭਵਿੱਖਬਾਣੀ ਕਰ ਦਿੱਤੀ ਸੀ ਹਨੇਰੀ ਕਵਿਤਾ ਦੇ ਵਿੱਚ। ਤਾਂ ਬੀ ਆਨਸਰ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਕਿ ਅੰਮ੍ਰਿਤਾ ਜੀ ਦੀ ਕੋਸ਼ਿਸ਼ ਦੇ ਸਦਕਾ ਦਿੱਲੀ ਦੇ ਵਿੱਚ ਪਹਿਲੀ ਇੱਕ ਜਨਤਕ ਲਾਇਬ੍ਰੇਰੀ ਖੁੱਲੀ ਸੀ। ਉਹ ਲਾਇਬ੍ਰੇਰੀ ਦਾ ਨਾਮ ਕੀ ਹੈ? ਗੁਰੂ ਯੋਗੀ ਕਿਸ਼ਨ, ਗੁਰੂ ਰਾਧਾ ਕ੍ਰਿਸ਼ਨ ਜਾਂ ਫਿਰ ਗੁਰੂ ਯੋਗੀ ਨਾਥ ਜਾਂ ਫਿਰ ਗੁਰੂ ਨਾਨਕ ਦੇਵ ਜੀ? ਤਾਂ ਇਸ ਲਾਇਬ੍ਰੇਰੀ ਦਾ ਨਾਮ ਸੀਗਾ ਗੁਰੂ ਰਾਧਾ ਕਿਸ਼ਨ। ਤਾਂ ਬੀ ਆਨਸਰ ਇੱਥੇ ਬਣ ਜਾਂਦਾ ਹੈ ਬਿਲਕੁਲ ਸਹੀ। ਅਗਲਾ ਪ੍ਰਸ਼ਨ ਹੈ ਕਿ ਸ਼ਿਵ ਕੁਮਾਰ ਜੀ ਦੇ ਗੁਰੂ ਜੀ ਦਾ ਕੀ ਨਾਮ ਸੀ? ਸ਼ੇਖ ਮੁਹੰਮਦ, ਗਿਆਨੀ ਰਾਮ, ਮੁਹੰਮਦ ਸ਼ੇਖ ਜਾਂ ਬਰਕਤ ਰਾਮ? ਤਾਂ ਸ਼ਿਵ ਕੁਮਾਰ ਤੇ ਉੱਪਰ ਅਗਰ ਬਰਕਤ ਸੀ ਤਾਂ ਉਹ ਸੀ ਬਰਕਤ ਰਾਮ ਦੀ। ਤਾਂ ਡੀ ਆਨਸਰ ਇੱਥੇ ਬਣ ਜਾਂਦਾ ਹੈ ਬਿਲਕੁਲ ਸਹੀ, ਸ਼ਿਵ ਦੀ ਬਰਕਤ। ਠੀਕ ਹੈ, ਇਹ ਯਾਦ ਰੱਖ ਲੈਣਾ ਤਾਂ ਇੱਥੋਂ ਇੱਕ ਲੌਜਿਕ ਬਣ ਜਾਏਗਾ। ਤਾਂ ਡੀ ਆਨਸਰ ਇੱਥੇ ਬਣ ਜਾਂਦਾ ਹੈ ਬਿਲਕੁਲ ਸਹੀ। ਔਰ ਅਗਲਾ ਪ੍ਰਸ਼ਨ ਹੈ ਕਿ ਪੀਲੂ ਨੇ ਆਪਣੇ ਕਿੱਸੇ ਦੇ ਵਿੱਚ ਕਿਹੜੀ ਭਾਸ਼ਾਵਾਂ ਦੇ ਸ਼ਬਦ ਦੀ ਵਰਤੋਂ ਕੀਤੀ ਹੈ? ਪੰਜਾਬੀ, ਉਰਦੂ ਜਾਂ ਫਾਰਸੀ ਜਾਂ ਅਰਬੀ ਜਾਂ ਫਿਰ ਉਪਰੋਕਤ ਸਾਰੇ? ਤਾਂ ਪੀਲੂ ਨੇ ਆਪਣੇ ਕਿੱਸਿਆਂ ਦੇ ਵਿੱਚ ਜਿਹੜੀ ਵਰਤੋਂ ਕੀਤੀ ਹੈ ਉਹ ਸਾਰੇ ਹੀ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇੱਥੇ ਆਨਸਰ ਬਣ ਜਾਏਗਾ ਆਪਣਾ ਡੀ। ਠੀਕ ਹੈ ਕਲੀਅਰ ਹੈ। ਬੋਰ ਤਾਂ ਨਹੀਂ ਹੋ ਰਹੇ ਕਿਉਂਕਿ ਲਗਾਤਾਰ ਮੈਂ ਬੋਲ ਰਿਹਾ ਹਾਂ, ਕੁਐਸਚਨ ਦਾ ਆਨਸਰ ਬੋਲ ਰਿਹਾ ਹਾਂ ਸੌਰੀ। ਤਾਂ ਬਸ ਕੁਐਸਚਨ ਲਗਾਉਂਦੇ ਰਹੋ। ਠੀਕ ਹੈ ਕਲੀਅਰ ਹੈ। ਬਸ ਇੱਕ ਅੱਧੀ ਕਲਾਸ ਹੋਰ ਮਿਲੇਗੀ ਰਿਕਾਰਡਡ, ਫਿਰ ਉਸ ਤੋਂ ਬਾਅਦ ਆਪਾਂ ਲਾਈਵ ਹੀ ਲਗਾਵਾਂਗੇ। ਠੀਕ ਹੈ, ਮੈਂ ਨਹੀਂ ਚਾਹੁੰਦਾ ਸੀ ਤੁਹਾਡੀ ਪੜ੍ਹਾਈ ਦੇ ਵਿੱਚ ਕੋਈ ਰੁਕਾਵਟ ਆਵੇ, ਇਸ ਕਰਕੇ ਜਿਹੜੇ ਕਿ ਤੁਹਾਡੇ ਲਈ ਰਿਕਾਰਡ ਕਰਕੇ ਜਾ ਰਹੇ ਹਾਂ। ਠੀਕ ਹੈ ਕਲੀਅਰ। ਔਰ ਰਾਤ ਦੇ ਵੱਜ ਚੁੱਕੇ ਨੇ 12:30। ਚਲੋ ਵੀ, ਤਾਂ ਪੰਜਾਬੀ ਕਿੱਸਾ ਕਾਵ ਦਾ ਮੋਢੀ
कौन है वारिस, मुकबल, दमोदर या फिर हाशम। बहुत ही महत्वपूर्ण प्रश्न के पंजाबी किस्सा काव्य दा मोडी। देखो मोडी वाले सारे क्वेश्चन आपां एक पूरा बार चार्ट बना लेना है और तुहानू जिहड़ा कि सैशन के रूप दे देंगे ताकि कोई भी क्वेश्चन आवे तो रवे ना। ठीक है, क्लीयर। तो पंजाबी किस्सा काव्य दा मोडी पूछा गया है, तो मोडी कौन है जी? दमोदर। तो जिन्होंने आंसर दिता है सी, और बिल्कुल सही, हीर दमोदर। ठीक है, हीर लिखी सी इन्होंने, तो दमोदर है। अगला प्रश्न है राजे कि किस ने हीर दा किस्सा कलियां दे विच लिखिया है? कलियां दे विच किस ने हीर दा किस्सा जो है वो कलियां दे विच लिखिया है? जोगा सिंह, कादरयार, किशन सिंह या फिर वारिस शाह। तो बहुत ही महत्वपूर्ण ते किस्सा जो कलियां दे विच लिखिया है वो लिखिया है किशन सिंह जी ने। तो सी आंसर इत्थे बन जाता है बिल्कुल सही। और अगला प्रश्न है कि किस्सा जो है वो केड़ी भाषा का शब्द है? किस्सा जो है वो केड़ी भाषा का शब्द है? अरबी भाषा का, फारसी भाषा का, संस्कृत भाषा का या फिर उर्दू भाषा का। तो ये जो भी जिस भी भाषा दे ने ये सारे एक अलग तो ही सैशन बनेगा। तो अरबी भाषा का है किस्सा शब्द। किस्सा जो है वो केड़ी भाषा का शब्द है? अरबी भाषा का शब्द है। बहुत ही महत्वपूर्ण प्रश्न। अगला प्रश्न, हाशम शाह ने अपनी रचना दे विच केड़े अलंकार की वरतों की है? तो हाशम शाह ने अपनी रचना दे विच केड़े अलंकार की वरतों की है? रूपक, उपमा ते अनुप्रास, अतिकथनी या फिर ये सारे ही अलंकारों की वरतों की है? तो इसने सारे ही अलंकारों की वरतों की है, रूपक, उपमा ते अनुप्रास ते अतिकथनी। देखो ये जिन्ने भी अलंकार ने मैं थोनों करवाए हुए हैं थ्योरी दे विच, लेकिन इन्हों सारिਆਂ ਨੂੰ शॉर्ट रूप दे विच भी आपां सैशन के रूप च ले आवांगे। ठीक है, ताकि थोनों हर तरह के अलंकार के बारे पता चल जाए और जदों रचना दे विच आएगा भी किहड़े अलंकार की सतरा है तो तुसीं आंसर सही दे सको। ठीक है, लो भी अगला प्रश्न है कि वार दे विच योद्धियां दी बहादरी ते कारनामिਆਂ ਨੂੰ किस अलंकार राहीं सिरजा जांदा? देखो हुण योद्धे है तो उन्हां दी जे बहादरी ਨੂੰ आपां उन्हां दी बहादरी का जो वर्णन करांगे तो किस अलंकार? अलंकार हुंदे आ राजे कविता के गहने, ये याद रख लियो। अलंकार जिहड़े है वो कविता के गहने हुंदे हन। तो उपमा अलंकार, दृष्टांत अलंकार, रूपक अलंकार या फिर अतिकथनी। देखो जिहड़े योद्धे हुंदे आ उन्हां दी जदों बहादरी है तो पूरी ऐ वधा चढ़ा के कीती जांदी, तो इस करके अतिकथनी अलंकार आएगा। तो यानी कि आंसर आएगा अपना डी। नादर शाह दी वार दे विच किस उपभाषा का प्रभाव है? लैंदी, माझी, दुआबी या फिर पोठोहारी। तो बहुत ही महत्वपूर्ण प्रश्न है ये कि लैंदी, माझी, दुआबी या पोठोहारी नादर शाह दी वार दे विच अगर भाषा की गल करिए तो लैंदी भाषा का ज़्यादा जिहड़ा कि है प्रभाव है। ठीक है, क्लीयर है, नादर शाह दी वार दे विच। अगला प्रश्न की गल करिए तो वह है लघु वर्ण दियां कितनियां मात्रावां होंदियां हन? हालांकि डिस्कस कर लिया सी आपां ये प्रश्न कि गुरु दियां दो होंदियां है तो लघु छोटा होंदा है, तो लघु दियां फिर कितनियां मात्रा होंदियां? एक। तो आंसर की आएगा अपना इत्थे बी। आंसर की आएगा इत्थे अपना बी आएगा। ठीक है, क्लीयर। लो जी अगला प्रश्न है कि जिस दोहरे दे विच 4 गुरु ते 40 लघु होण वो किहड़ा दोहरा हुंदा? हाल ही दे विच कल परसों भी आपां एक क्वेश्चन कीता सी कि जिस दोहरे दे विच 4 गुरु अते 40 लघु होण वो किहड़ा दोहरा हुंदा है? सारदुल, मंच, व्याल या फिर अहैवर। तो ये हुंदा है अहैवर। ठीक है, क्लीयर है। तो इसका आंसर की बन जाएगा? डी बन जाएगा। ठीक है, इसका आंसर सॉरी 4 गुरु ते 40 आया, सॉरी एक मिनट। तो इसका आंसर जिहड़ा बनेगा वो बनेगा अपने कोले व्याल, सी बनेगा। लेकिन जो अहैवर है ਇਹਦੇ ਵਿੱਚ किन्ने हुंदे हन? कल ही आपां कीता सीगा 14 गुरु ते 20 जिहड़ी की है लघु। ठीक है, 14 गुरु ते 20 लघु है वो है अपने कोले अहैवर। ठीक है, क्लीयर है। इसी तरीके नाल सारदुल ते मंच वाला भी तुहानूं कराया होया है, चंगी तरह याद कर लियो। ठीक है, तो काली गली बाई मिसटेक, चलो खैर कोई गल नहीं। भाई वीर सिंह नूं पंजाब विधान सभा का कौंसल का मैंबर जिहड़ा है वो कदों बनाया गया है? 1950 दे विच, 52 दे विच या फिर 1947 दे विच या फिर 1949 दे विच? भाई वीर सिंह नूं अगर पंजाब विधान सभा का कौंसल का मैंबर की गल करिए तो ये बनाए गए हैं 1952 दे विच। इत्थे आंसर बन जाएगा अपना बी। अगला प्रश्न है वगदे पानी काव्य संग्रह किहड़े साल प्रकाशित होया? और वगदे पानी किस दी रचना है ये जरूर दसो कमेंट बॉक्स दे विच। ठीक है, क्लीयर, नाम तो ही पता चल रहा है। 1938, 62, 83 या फिर 86 वगदे पानी काव्य संग्रह किहड़े साल प्रकाशित होया है? तो यह प्रकाशित होया है राजे 1938 दे विच। और वगदे पानी डॉक्टर दीवान सिंह काले पानी की पहली रचना है। ठीक है, पहला काव्य संग्रह है। अगला प्रश्न है राजे कि शिव कुमार बटालवी जी की आखिरी रचना किहड़ी है? लूणा, दर्दमंदा दियां आहीं या मैं ते मैं या फिर लाजवंती। तो बहुत ही महत्वपूर्ण है, आखिरी जो है वो है मैं ते मैं। तो इसका आंसर बन जाता है अपने कोले सी, शिव कुमार बटालवी जी।
ਮੈਨੂੰ ਵਿਦਾ ਕਰੋ ਕਾਵ ਸੰਗ੍ਰਹਿ शिव कुमार जी ने किस ਨੂੰ ਸਮਰਪਿਤ ਕੀਤਾ ਹੈ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਕਿ ਕਿਸ ਨੂੰ ਸਮਰਪਿਤ ਕੀਤਾ ਹੈ। ਜਵਾਹਰ ਲਾਲ ਨਹਿਰੂ, ਬਲਵੰਤ ਗਾਰਗੀ ਜਾਂ ਇੰਦਰਾ ਗਾਂਧੀ ਜਾਂ ਪ੍ਰੀਤ ਲੜੀ। ਤਾਂ ਮੈਨੂੰ ਵਿਦਾ ਕਰੋ ਜੋ ਹੈ ਉਹ ਹੈ ਬਲਵੰਤ ਗਾਰਗੀ ਜੀ ਨੂੰ ਸਮਰਪਿਤ, ਔਰ ਅਗਰ ਲੂਣਾ ਦੇ ਬਾਰੇ ਪੁੱਛਿਆ ਜਾਵੇ ਤਾਂ ਉਹ ਇੰਦਰਾ ਗਾਂਧੀ ਨੂੰ ਸਮਰਪਿਤ ਹੈ। ਤਾਂ ਇਸ ਦਾ ਆਨਸਰ ਕੀ ਬਣੇਗਾ? ਬੀ। ਤਾਂ ਲੂਣਾ ਲੜਕੀ ਵਾਲਾ ਨਾਮ है और इंदिरा गांधी भी लड़की है, तो इस करके थोड़ा जिहा ध्यान रख लियो, ठीक है, मतलब लेडीज़, ठीक है, क्लीयर। तो मैनू विदा करो जिहड़ा ये बलवंत गार्गी जी नूं समर्पित है, शिव कुमार दी। लो भी अगला प्रश्न है कि भाई वीर सिंह जी नूं 20वीं सदी दा कहा जाता है, की कहा जाता है? बाबा फरीद, भगत कबीर, भाई गुरदास या दीवान। तो हाल ही दे विच भी आपां क्वेश्चन किया सी, तो इत्थे आंसर बन जाएगा अपना भाई मतलब भाई गुरदास जी, ठीक है, सी आंसर बन जाएगा बिल्कुल सही। तो अगला प्रश्न है राजे अपने कोल कि प्रोफैसर पूरन सिंह जी का सब तो पहला प्रकाशित होने वाला काव्य संग्रह किहड़ा है? देखो पूरन का जो भी काव्य संग्रह रहेगा वो खुले नाम नाल ही रहेगा, और सब तो पहले इन्होंने किया खुला मैदान किया, फिर उस तो बाद जिहड़ा कि है सारियां रचनावां जिहड़ी कि उहदे विच आईयां, समझ लो, ठीक है। सब तो पहले मैदान तैयार किया तो खुले मैदान आ गया, बी आंसर बिल्कुल सही है। और अगला प्रश्न है कि नूरपुरी जी का किस विभाग दे विच नौकरी की है उन्होंने? तो नूरपुरी बहुत ही महत्वपूर्ण, ठीक है, गीतकार भी रहे ने। नूरपुरी जी पहला जिहड़े कि है पुलिस विभाग दे विच सन, और पुलिस विभाग दे विच रह के इन्हां नूं गोली चलानी पई मुजरिम दे उपर जो कि कसूरवार सी, और फिर उस तो बाद इन्हां नूं महसूस होया कि यार डिपार्टमेंट तो चलो ठीक है, नौकरी तो नौकरी है ना, इन्हां नूं महसूस होया कि गोली चलानी पैगी मैनूं, है ना, किसी ते, भावें उहदा कसूर सी, पर ये जिहड़ी चीज़ है जो भी कलाकार हुंदे ना, या कह लो राइटर हुंदे, या कह लो एक जो मतलब कि कलाकार का कविता रूप विच कवि हो गया, कुछ भी लगा लो, है ना, जिहड़ा कलाकार होंदा ना सच्चा सुच्चा बंदा होंदा, उहदी नज़र च कुछ चंगा माड़ा कुछ ये नहीं हुंदा, उहदी नज़र दे विच बस सब रब दे बंदे ने, है ना। तो इस करके इन्हां नूं महसूस होया है और इन्हां ने नौकरी छड्ड दित्ती सी पुलिस दी। तो ये आंसर बिल्कुल सी। और तुहानूं ये भी पूछा जाएगा कि नौकरी कित्थे कीती सी, तो ये जरूर दस्सिओ कमेंट बॉक्स दे विच कि इन्हां ने नौकरी जिहड़ी है पुलिस दी वो कित्थे कीती सी, ठीक है। तो नूरपुरी जी याद रखना है पुलिस विभाग विच सन। फुलवाड़ी का प्रकाशन साल अमृतसर तो बंद करन मगरों कित्थे किता जान लगा? ये प्रश्न तो बहुत इंपॉर्टेंट है। फुलवाड़ी पर ये है किदा, ठीक है, किस कवि दा सी ये? तो याद रखना है फुलवाड़ी का अमृतसर तो बंद करन तो मगरों ये जिहड़ा कि लाहौर तो प्रकाशित होने लग गया, लेकिन ये जिहड़ा है फुलवाड़ी ये किस दा सी? ये बहुत महत्वपूर्ण प्रश्न है। तो जिन्होंने ने डी आंसर दिता है बिल्कुल सही। और अगला प्रश्न, भाई वीर सिंह जी के पिता जी का नाम की सी राजे? डॉक्टर दीवानमल, डॉक्टर हरप्रताप जी, या फिर डॉक्टर वहयाम सिंह, या फिर डॉक्टर चरण सिंह। तो भाई वीर सिंह, वीर दे चरण सब छुंदे ने, है ना। तो भाई वीर सिंह जी के पिता जी का नाम डॉक्टर चरण सिंह। तो आंसर है डी, ठीक है, क्लीयर है। तो देखो जिहड़े मैं छोटे छोटे लॉजिक जो बोल के जाना ना, यही तुहानूं पेपर दे विच याद आउणगे कि हाँ यार इहदा आंसर यह है। इन्हां विचों किहड़ा अमृता जी का पहला कहानी संग्रह है? तो बहुत ही महत्वपूर्ण प्रश्न है। पहला कहानी संग्रह, पहला नावल और पहला काव्य संग्रह, बहुत महत्वपूर्ण है तीनों। ठंडियां किरना पहला काव्य संग्रह है, और अगर नावल की गल करिए तो जयश्री, और अगर कहानी की गल करिए तो 36 वरे बाद, 36 वरे बाद। आंसर इहदा की बनेगा? ए। आंसर इहदा की बनेगा राजे अपने कोल? ए आंसर बनेगा इसका, ठीक है, क्लीयर। उस तो बाद अगला प्रश्न है राजे कि नंद लाल नूरपुरी जी किस प्रवृत्ति का कवि सी? जुझारवादी सी, धार्मिक सी, या धार्मिक ते रोमांटिक सी? तो देखो धार्मिक ते रोमांटिक हुण जे गीत लिखे है तो रोमांटिक भी चढ़ते ही ने गीत, है ना। तो सी आंसर बन जाएगा। धार्मिक ते रोमांटिक प्रवृत्ति के कवि सन, और सारे कवियां की प्रवृत्ति तुहानूं पता होना चाहिए कि किस किस दी सी, किस किस कवि की प्रवृत्ति सी, ठीक है। हो सके तो आपां इहदा एक पूरा सैशन भी बना लांगे। तो जी अगला प्रश्न है कि बाबा बलवंत का पहला प्रकाशित पहला काव्य संग्रह पहला काव्य संग्रह किहड़ा सी? बाबा बलवंत। गल बल दी हो रही है, तो बल की गल हो रही है, तो महानाज है, बंदरगाह है, सुगंध समीर है। सुगंध समीर तो जिहड़ा आखिरी है, सुगंध समीर आखिरी है। तो पहला किहड़ा है? बल है तो शेर है, ठीक है, शेर है तो बल है। तो शेर हिंद जिहड़ा है वो पहला है, और आखिरी है सुगंध समीर, ठीक है, क्लियर। तो नोट कर लो भी डी आंसर है बिल्कुल सही है। और अगला प्रश्न है फुलवाड़ी जो पत्र है ना, वो त्रैमासिक सी, साप्ताहिक सी, मासिक सी, या दैनिक सी, ठीक है। त्रैमासिक मतलब 3 महीने बाद, साप्ताहिक मतलब हफ्ते बाद, मासिक मतलब महीने बाद छपदा सी, ते दैनिक मतलब हर रोज़ छपदा सी। तो फुलवाड़ी जो पत्र है, मैं तुहानूं पहले भी कहा कमेंट बॉक्स दे विच दस्सिओ इहदा किहदा है यह पत्र। तो जिन्होंने कहा है साप्ताहिक सी, हफ्ते बाद छपण वाला सी, तो बी आंसर बिल्कुल सही। लो जी अमृता प्रीतम जी की स्वै जीवनी केड़ी है? बहुत ही महत्वपूर्ण रसीदी टिकट
ਰਸੀਦੀ ਟਿਕਟ ਇਹਨਾਂ ਦੀ ਸਵੈ ਜੀਵਨੀ ਹੈ। ਡੀ ਆਨਸਰ ਬਿਲਕੁਲ ਸਹੀ ਹੈ। ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਟਿਕਟ ਲੱਗਦੀ ਨਹੀਂ ਜਨਾਨੀਆਂ ਦੀ, ਹੈ ਨਾ, ਅੱਜ ਕੱਲ੍ਹ ਲੇਡੀਜ਼ ਦੀ ਟਿਕਟ ਲੱਗ ਹੀ ਨਹੀਂ ਰਹੀ ਪੰਜਾਬ ਦੇ ਵਿੱਚ, ਤਾਂ ਬਸ ਇਹ ਵੀ ਲੇਡੀਜ਼ ਨੇ, ਤਾਂ ਬਸ ਇਹਨਾਂ ਯਾਦ ਰੱਖ ਲਿਓ ਕਿ ਟਿਕਟ ਵਾਲੀ ਟਿਕਟ ਫ੍ਰੀ, ਠੀਕ ਹੈ, ਫ੍ਰੀ ਵਾਲੀ ਜਿਹੜੀ ਬੱਸ ਹੈ ਉਹ ਬਿਨਾਂ ਟਿਕਟ ਤੋਂ ਹੈ, ਤਾਂ ਮਤਲਬ ਬਸ ਲੇਡੀਜ਼ ਦੀ ਹੈ ਕੋਈ ਨਾ ਕੋਈ ਰਸੀਦੀ ਟਿਕਟ, ਕੋਈ ਰਸੀਦ ਮਿਲਦੀ ਨਹੀਂ। ਲਓ ਵੀ ਡੀ ਆंसर ਬਿਲਕੁਲ ਸਹੀ ਹੈ। और अगला प्रश्न है कि ਨੂਰਪੁਰੀ जी ने कुल किन्ने गीत कवितावां गज़लां लिखियां, ਤਾਂ ਸਭ ਤੋਂ ਜ਼ਿਆਦਾ ਦੇਖੋ ਗੀਤ ਹੀ ਹੋਣਗੇ, ਤਾਂ ਫਿਰ ਆंसर ਜਿਹੜੇ ਡੀ ਤੇ ਬੀ ਤਾਂ ਵੈਸੇ ਨਿਕਲ ਜਾਣਗੇ, ਬੱਚੇ 71 ਗੀਤ, ਤਾਂ 71 ਗੀਤ ਹੈ, ਉਸ ਤੋਂ ਬਾਅਦ ਕਵਿਤਾਵਾਂ ਹੈ, ਉਸ ਤੋਂ ਬਾਅਦ 12 ਗਜ਼ਲ ਹੈ, ਤਾਂ ਆंसर ਕੀ ਬਣੇਗਾ ਰਾਜੇ? ਆंसर ਬਣੇਗਾ ਆਪਣੇ ਕੋਲੇ ਏ। ਜਿੰਨੀ ਚੀਜ਼ ਸੌਖੀ ਹੈ, ਦੇਖੋ ਗੀਤ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਆ, ਉਸ ਕਵਿਤਾਵਾਂ ਤੇ ਗਜ਼ਲ ਦੇ ਵਿੱਚੋਂ ਕੀ ਲਿਖਣਾ ਜ਼ਿਆਦਾ ਸੌਖਾ ਹੋਏਗਾ? ਓਬਵੀਅਸਲੀ ਗੱਲ ਕਵਿਤਾਵਾਂ ਹਨ, ਤਾਂ ਬਸ 25 ਕਵਿਤਾਵਾਂ ਹੈ, ਤਾਂ ਬਸ ਇੰਨਾ ਯਾਦ ਰੱਖ ਲਿਓ, ਠੀਕ ਹੈ। ਕਈ ਵਾਰੀ ਇਕੱਲਾ ਕੁਐਸਚਨ ਨਾ ਬਣ ਕੇ ਅੱਜ ਵੀ ਕਿੰਨੀਆਂ ਗਜ਼ਲਾਂ ਲਿਖੀਆਂ, ਤਾਂ ਫਿਰ 12 ਹੀ ਆंसर ਆਏਗਾ, ਤਾਂ ਉਹ ਥੋੜਾ ਧਿਆਨ ਰੱਖ ਲਿਓ। 71 25 12, ਠੀਕ ਹੈ। ਬੁੱਧ ਜੀ ਨੂੰ ਕਾਲੇ ਪਾਣੀ ਦੀ ਕਵਿਤਾ ਦੀ ਕਾਵ ਸ਼ੈਲੀ ਕਿਹੜੀ ਹੈ? ਠੀਕ ਹੈ, ਜਿਹੜਾ ਕਿ ਹੈ ਬੁੱਧ ਜੀ ਨੂੰ, ਠੀਕ ਹੈ, ਬੁੱਧ ਜੀ ਨੂੰ, ਠੀਕ ਹੈ, ਬੁੱਧ ਜੀ ਨੂੰ, ਇਹ ਪੂਰੀ ਇੱਕ ਰਚਨਾ ਦਾ ਨਾਮ ਹੈ, ਸਮਝ ਲਓ। ਬੁੱਧ ਜੀ ਨੂੰ ਕਾਲੇ ਪਾਣੀ ਦੀ ਕਵਿਤਾ ਦੀ ਕਾਵ ਸ਼ੈਲੀ ਕਿਹੜੀ ਹੈ ਰਾਜੇ? ਇਹ ਨਜ਼ਮ ਹੈ, ਗੀਤ ਹੈ, ਪ੍ਰਸ਼ਨੋਤਰੀ ਹੈ, ਜਾਂ ਫਿਰ ਕੋਈ ਕਿੱਸਾ ਹੈ? ਤਾਂ ਇਹ ਰਾਜੇ ਪ੍ਰਸ਼ਨੋਤਰੀ ਰੂਪ ਦੇ ਵਿੱਚ ਹੈ, ਯਾਨੀ ਕਿ ਪ੍ਰਸ਼ਨਿਕ ਰੂਪ ਦੇ ਵਿੱਚ ਹੈ, ਪ੍ਰਸ਼ਨ ਕਰ ਕਰਕੇ ਜਿਹੜੀ ਕੀ ਹੈ ਇਹ ਜਿਹੜੀ ਕੀ ਹੈ ਕਵਿਤਾ ਹੈ, ਠੀਕ ਹੈ, ਪ੍ਰਸ਼ਨਿਕ ਰੂਪ ਦੀ ਕਵਿਤਾ ਹੈ ਬੁੱਧ ਜੀ ਨੂੰ। ਲਓ ਵੀ ਅਗਲਾ ਪ੍ਰਸ਼ਨ ਹੈ ਕਿ ਪਟੇ ਵਾਲਾ ਕੁੱਤਾ, ਪਟੇ ਵਾਲਾ ਕੁੱਤਾ ਦੇ ਉੱਪਰ ਕਿਸ ਉੱਪਰ ਪਟੇ ਵਾਲਾ ਕੁੱਤਾ ਜੋ ਹੈ ਉਹ ਕਿਸ ਉੱਪਰ ਵਿਅੰਗ ਕੱਸਦੀ ਹੈ? ਕੁੱਤੇ ਤੇ, ਜਾਨਵਰਾਂ ਤੇ, ਇਸਤਰੀ ਤੇ, ਜਾਂ ਫਿਰ ਗੁਲਾਮ ਜਿਹੜੇ ਮਨੁੱਖ ਹੈ ਉਹਨਾਂ ਤੇ? ਤਾਂ ਕਿਸ ਦੀ ਰਚਨਾ ਹੈ ਇਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਤਾਂ ਗੁਲਾਮ ਮਨੁੱਖ ਤੇ ਇਹ ਕੀ ਹੈ? ਵਿਅੰਗ ਕੱਸਦੀ ਹੈ। ਇਹਦਾ ਆंसर ਬਣ ਜਾਏਗਾ ਆਪਣੇ ਕੋਲੇ ਡੀ, ਔਰ ਡੀ ਆंसर ਬਿਲਕੁਲ ਸਹੀ। ਅਗਲਾ ਪ੍ਰਸ਼ਨ, ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ, ਇਹਦੀ ਵਿਧਾ ਕੀ ਹੈ ਰਾਜੇ? ਇਹ ਗੀਤ ਹੈ, ਨਜ਼ਮ ਹੈ, ਕਾਵਨਾਟ ਹੈ, ਜਾਂ ਫਿਰ ਗਜ਼ਲ ਹੈ? ਤਾਂ ਇਹ ਹੈ ਸ਼ਿਵ ਕੁਮਾਰ ਬਟਾਲਵੀ ਦੀ ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ, ਇਹ ਹੈ ਰਾਜੇ ਇੱਕ ਗਜ਼ਲ। ਤਾਂ ਡੀ ਆंसर ਬਣ ਜਾਂਦਾ ਹੈ ਇੱਥੇ ਇਹਦਾ ਬਿਲਕੁਲ ਸਹੀ। ਖੜ ਜਾਓ ਯਾਰ, ਥੱਕ ਗਿਆ ਮੈਂ। ਬਾਬਾ ਬਲਵੰਤ ਦੀਆਂ 94 ਕਵਿਤਾਵਾਂ ਦਾ ਕਾਵ ਸੰਗ੍ਰਹਿ ਹੈ ਕਿਹੜਾ ਹੈ? ਸੁਗੰਧ ਸਮੀਰ, ਅਮਰ ਗੀਤ, ਉੱਠਾਂ ਵਾਲੇ, ਜਾਂ ਫਿਰ ਕਾਵ ਸਾਗਰ? ਦੇਖੋ ਬਾਬਾ ਬਲਵੰਤ ਦੀਆਂ 94 ਕਵਿਤਾਵਾਂ ਦਾ ਜੇ ਕਾਵ ਸੰਗ੍ਰਹਿ ਪੁੱਛਿਆ ਗਿਆ ਹੈ ਤਾਂ 94 ਕਵਿਤਾਵਾਂ ਦਾ ਹੈ ਕਾਵ ਸਾਗਰ। ਸਾਗਰ ਦੇ ਵਿੱਚ ਜਿਵੇਂ ਹੁੰਦਾ ਨਾ ਸਭ ਕੁਝ ਹੁੰਦਾ, ਸਾਗਰ ਵੱਡਾ ਹੁੰਦਾ, ਤਾਂ ਬਸ 94 ਕਵਿਤਾਵਾਂ ਚੁਣ ਕੇ ਸਾਗਰ ਭਰਤਾ। ਲਓ ਵੀ ਰਾਜੇ ਇੱਥੇ ਹੋ ਗਏ ਆਪਣੇ 50 ਕੁਐਸਚਨ ਪੂਰੇ। ਔਰ ਮੈਂ ਫਿਰ ਦੱਸਦਾ ਕਿ ਅਗਰ ਕਿਸੇ ਬੱਚੇ ਨੇ ਹਾਲੇ ਤੱਕ ਪੇਡ ਬੈਚ ਦੇ ਵਿੱਚ ਨਹੀਂ ਆਇਆ ਤਾਂ ਪੇਡ ਬੈਚ ਦੇ ਵਿੱਚ ਜ਼ਰੂਰ ਆਓ। ਪੰਜਾਬ ਦੇ ਮਹਾਪੈਕ ਤੇ ਅੱਜ ਵੀ ਆਫਰ ਚੱਲ ਰਿਹਾ ਹੈ, ਔਰ ਇਹ ਜਿਹੜਾ ਹੈ ਆਫਰ ਕਿੰਨੇ ਰੁਪਏ ਦੇ ਵਿੱਚ ਤੁਹਾਨੂੰ ਮਿਲ ਰਿਹਾ ਇਹ ਬੈਚ? ਇਹ ਤੁਹਾਨੂੰ ਬੈਚ ਮਿਲ ਰਿਹਾ ਹੈ 1739 ਰੁਪਏ ਦੇ ਲਈ। ਬਸ ਇੱਕ ਕੋਡ ਲਗਾਉਣਾ ਪਏਗਾ Y591। ਇਹਦੇ ਵਿੱਚ ਤੁਸੀਂ ਜਿਸ ਵੀ ਪੇਪਰ ਦੀ ਤਿਆਰੀ ਕਰਨੀ ਹੈ, ਚਾਹੇ ਤੁਸੀਂ ਮਾਸਟਰ ਕੈਡਰ ਦੇ 2-3 ਪੇਪਰਾਂ ਦੀ ਤਿਆਰੀ ਕਰਨੀ ਹੈ, 2 ਹੀ ਕਰ ਸਕਦੇ, 3 ਤਾਂ ਕੀ ਕਰਨੀ ਹੈ, ਹੈ ਨਾ, ਕੋਈ ਵੀ ਪੇਪਰ ਦੀ ਤਿਆਰੀ ਕਰਨੀ ਹੈ, ਉਹ ਮਾਸਟਰ ਕੈਡਰ ਦੀ ਅਗਰ ਬੈਚ ਚੱਲ ਰਿਹਾ ਤਾਂ ਤੁਸੀਂ ਆ ਸਕਦੇ ਹੋ ਅਗਰ ਤੁਹਾਡੇ ਕੋਲੇ ਮਹਾਪੈਕ ਹੈ ਤਾਂ, ਠੀਕ ਹੈ। 1739 ਰੁਪਏ ਦੇ ਵਿੱਚ ਦੇਖੋ ਤਿਆਰੀ ਕਰਵਾਈ ਜਾ ਰਹੀ ਹੈ, ਔਰ ਤੁਹਾਨੂੰ ਐਲੀਜੀਬਿਲਟੀ ਜਿਹੜੀ ਇਹਦੀ ਮਿਲ ਰਹੀ ਹੈ ਉਹ 2 ਸਾਲ ਦੀ, ਯਾਨੀ ਕਿ ਇਹਦੀ ਮੈਂਬਰਸ਼ਿਪ ਤੁਹਾਨੂੰ 2 ਸਾਲ ਦੇ ਲਈ ਮਿਲ ਰਹੀ ਹੈ। 2 ਸਾਲ ਤੱਕ ਤੁਹਾਨੂੰ 1 ਰੁਪਿਆ ਲਗਾਉਣ ਦੀ ਜ਼ਰੂਰਤ ਨਹੀਂ ਹੈ। ਚਾਹੇ ਪੰਜਾਬ ਚੰਡੀਗੜ੍ਹ ਦੇ ਕਿਸੇ ਵੀ ਐਗਜ਼ਾਮ ਨੂੰ ਤੁਸੀਂ ਦੇਣਾ, ਪਟਵਾਰੀ ਹੋਵੇ ਕੋਈ ਹੋਵੇ, ਸਭ ਬੈਚ ਇਹਦੇ ਵਿੱਚ ਫਰੀ ਹੈ, ਯਾਨੀ ਕਿ ਸਾਰਿਆਂ ਦਾ ਇਹੀ ਇੱਕ ਬੈਚ ਹੈ ਪੰਜਾਬ ਦਾ ਮਹਾਪੈਕ, ਹੈ ਨਾ। ਕਰੋ ਹਰ ਪੇਪਰ ਕਰੈਕ ਵਿਦ ਮਹਾਪੈਕ। ਤਾਂ ਬਸ Y591 ਕੋਡ ਜ਼ਰੂਰ ਯਾਦ ਰੱਖਿਓ। ਇਹਦੀ ਬਜਾਏ ਅਗਰ ਤੁਸੀਂ ਕੋਈ ਹੋਰ ਕੋਡ ਲਗਾਉਂਦੇ ਹੋ ਜਾਂ ਤੁਹਾਨੂੰ ਕੋਡ ਹੋਰ ਲਗਾਉਣ ਲਈ ਕਿਹਾ ਜਾਂਦਾ ਹੈ ਤਾਂ ਇਹ ਗੱਲ ਨੋਟ ਕਰ ਲਿਓ ਕਿ ਅਸੀਂ ਰੋਹਿਤ ਸਰ ਨਾਲ ਜੁੜਨਾ ਹੈ ਔਰ Y591 ਹੀ ਲਗਾਵਾਂਗੇ। ਫਿਰ ਤੁਹਾਨੂੰ ਮੈਂ ਸਾਰੇ ਤਰ੍ਹਾਂ ਦੇ ਨੋਟਸ ਵਗੈਰਾ ਜੋ ਵੀ ਹੈ ਆਪਣੇ ਸਭ ਦਊਂਗਾ, ਔਰ ਨਾਲੇ ਤੁਹਾਨੂੰ ਹਰ ਸੰਡੇ ਜਿਹੜਾ ਕਿ ਪੇਡ ਦੇ ਵਿੱਚ ਗਾਈਡ ਵੀ ਕਰੂੰਗਾ ਕਿ ਕਿਸ ਤਰੀਕੇ ਨਾਲ ਤਿਆਰੀ ਕਰਨੀ ਹੈ, ਕਿਸ ਤਰੀਕੇ ਨਾਲ ਯਾਦ ਕਰਨਾ ਹੈ, ਕਿਸ ਤਰੀਕੇ ਦੇ ਨਾਲ ਆਪਣੇ ਵੀਕ ਸਬਜੈਕਟ ਨੂੰ ਜਾਂ ਟੌਪਿਕ ਨੂੰ ਕਹਾਂਗੇ ਆਪਾਂ, ਹੈ ਨਾ, ਮਾਸਟਰ ਕੈਡਰ ਨੂੰ ਲੈ ਕੇ ਕਿਸ ਟੌਪਿਕ ਨੂੰ ਕਿਵੇਂ ਪਰਫੈਕਟ ਬਣਾਉਣਾ ਹੈ, ਔਰ ਨੋਟਸ ਵਗੈਰਾ ਸਭ ਤੁਹਾਨੂੰ ਉਹਦੇ 'ਚ ਮਿਲਣਗੇ, ਔਰ ਤੁਹਾਨੂੰ ਹੋਮਵਰਕ ਵੀ ਮਿਲੇਗਾ। ਹਰ ਸੰਡੇ ਆਪਾਂ ਇਹਦੇ 'ਚ ਕਲਾਸ ਲਵਾਂ ਕਰਾਂਗੇ, ਠੀਕ ਹੈ, ਕਲੀਅਰ ਹੈ। ਤਾਂ ਅਗਲੇ ਹੀ ਸੰਡੇ ਜੋ ਵੀ ਹੁਣ ਆਏਗਾ, ਸੋਮਵਾਰ ਹੈ ਤਾਂ ਅਗਲੇ ਸੰਡੇ ਜੋ ਵੀ ਆਏਗਾ ਆਪਾਂ ਉਹਦੇ ਵਿੱਚ ਜਿਹੜਾ ਕਿ ਇਹ ਕਰਾਂਗੇ, ਠੀਕ ਹੈ, ਕਲੀਅਰ ਹੈ। ਤਾਂ Y591 ਬਹੁਤ ਹੀ ਮਹੱਤਵਪੂਰਨ ਜਿਹੜਾ ਕਿ ਇਹ ਕੋਡ ਹੈ। ਔਰ ਅਗਰ MCQ ਦਾ ਜਦੋਂ ਬੈਚ ਆਏਗਾ ਨਾ ਪੇਪਰਾਂ ਦੇ ਦੌਰਾਨ, ਇਹ ਬੈਚ ਵੀ ਜਿਹੜਾ 500 ਤੋਂ ਲਗਭਗ 500 600 700 800 ਜਾਂ 1000 ਤੱਕ ਦਾ ਜਿੰਨੇ ਦਾ ਵੀ ਹੋਏਗਾ, ਇਹ ਬੈਚ ਤੁਹਾਨੂੰ ਲੈਣ ਦੀ ਵੀ ਜ਼ਰੂਰਤ ਨਹੀਂ ਪਏਗੀ MCQ ਦੀ, ਇਸੇ ਦੇ ਵਿੱਚ ਹੀ ਮਿਲ ਜਾਏਗਾ, ਬਸ ਕੋਡ ਲਗਾ ਲਿਓ। ਹੁਣ ਗੱਲ ਇਹ ਹੈ ਕਿ ਇਹ ਬੈਚ ਲੈਣਾ ਕਿਵੇਂ ਹੈ? ਤਾਂ ਦੇਖੋ ਇਸ ਬੈਚ ਨੂੰ ਲੈਣ ਦਾ ਜਿਹੜਾ ਤਰੀਕਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਕੀ ਹੈ। ਜਾਂ ਤਾਂ ਤੁਸੀਂ ਐਪ ਡਾਊਨਲੋਡ ਕਰ ਲਓ, ਐਪ ਡਾਊਨਲੋਡ ਕਰੋਗੇ, ਉੱਥੇ ਜਾ ਕੇ ਜਿਹੜਾ ਵੀ ਉੱਥੇ ਕੋਡ ਲੱਗਿਆ ਹੈਗਾ ਉਹਦੀ ਜਗ੍ਹਾ ਤੇ ਤੁਸੀਂ Y591 ਲਗਾ ਦਿਓ, ਜਾਂ ਫਿਰ ਅੱਡਾ 24/7 ਤੇ ਜਾ ਕੇ ਪਹਿਲੇ ਹੀ ਲਿੰਕ ਤੇ ਕਰ ਦਿਓ ਕਲਿੱਕ। ਪਹਿਲੇ ਹੀ ਲਿੰਕ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇੱਥੇ ਲਿਖਿਆ ਹੋਇਆ ਆ ਜਾਏਗਾ ਆਲ ਕੋਰਸਸ। ਆਲ ਕੋਰਸਸ ਤੇ ਜਦੋਂ ਤੁਸੀਂ ਜਾਓਗੇ, ਠੀਕ ਹੈ, ਉਸ ਤੋਂ ਬਾਅਦ ਲਿਖਿਆ ਹੈਗਾ ਸਟੇਟ ਐਗਜ਼ਾਮ, ਤੇ ਸਟੇਟ ਐਗਜ਼ਾਮ ਤੋਂ ਬਾਅਦ ਹੈ ਪੰਜਾਬ, ਤੇ ਪੰਜਾਬ ਦੇ ਵਿੱਚ ਆ ਰਿਹਾ ਪੰਜਾਬ ਦਾ ਮਹਾਪੈਕ। ਤਾਂ ਪੰਜਾਬ ਦੇ ਮਹਾਪੈਕ ਦੇ ਵਿੱਚ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨੀ ਹੈ, ਸਭ ਤੁਹਾਨੂੰ ਜਿਹੜਾ ਕਿ ਇਹਦੇ ਵਿੱਚ ਹੀ ਮਿਲੇਗਾ। ਬਸ ਜਿੰਨਾ ਮਰਜ਼ੀ ਰੇਟ ਦਿਖਾਵੇ ਬਾਏ ਨਾਓ ਤੇ ਜਾ ਕੇ ਇੱਥੇ ਪਿਆਰਾ ਜਿਹਾ ਇੱਕ ਕੂਪਨ ਕੋਡ ਰੱਖ ਦਿਓ, ਔਰ ਉਹ ਹੈ Y591।
वाई 591 जिमें लगाओगे अप्लाई करोगे देखो किन्ने दा रह गया 1825 पर जे ऐप तो लओगे यही 1739 रुपए का पै जाएगा 2 साल के लिए। ठीक है क्लीयर है। तो ठीक है राजे एनरोल जरूर कराओ और थ्योरी एक बार जरूर करो क्योंकि जिन्ना चਿਰ थ्योरी नहीं करोगे MCQ भी नहीं समझ आएंगे क्योंकि 60 ਤੋਂ 70% ਕੰਮ ਜਿਹੜਾ ਹੈ ਜਦੋਂ ਆਪਾਂ ਥਿਊਰੀ ਕਰਦੇ ਨਾ ਉਦੋਂ ਹੀ ਯਾਦ ਹੋ ਜਾਂਦਾ ਹੈ ਲੇਕਿਨ ਬਾਕੀ ਦਾ ਜਿਹੜਾ 30% ਹੈ ਉਹ MCQ ਲਗਾਉਣ ਨਾਲ ਹੁੰਦਾ ਹੈ ਲੇਕਿਨ ਪੇਪਰ ਦੇ ਵਿੱਚ ਆਪਣੇ ਆਪ ਨੂੰ ਪਰਫੈਕਟ ਔਰ ਆਪਣਾ ਰਿਜ਼ਲਟ ਵਧੀਆ ਬਣਾਉਣ ਦੇ ਲਈ ਜ਼ਰੂਰੀ ਹੁੰਦੀ ਹੈ ਟੈਸਟ ਸੀਰੀਜ਼। ਉਹ ਟੈਸਟ ਸੀਰੀਜ਼ ਵੀ ਤੁਹਾਨੂੰ ਫ੍ਰੀ ਦੇ ਵਿੱਚ ਮਿਲੇਗੀ ਜਦੋਂ ਤੁਸੀਂ ਪੰਜਾਬ ਦਾ ਮਹਾ ਪੈਕ ਲੈ ਲਿਆ। ਬਸ ਮੈਂ ਫੇਰ ਕਹੂੰਗਾ ਲਾਸਟ ਦੇ ਵਿੱਚ ਕਿ ਕੋਡ ਯਾਦ ਰੱਖਿਓ ਔਰ ਕੋਡ ਆਪਣਾ ਕਿਹੜਾ ਹੈ वाई 591। ठीक है वाई इंग्लिश वाली जो 25वां अखर है बाकी 591। ठीक है वाई 591 कोड जरूर याद रखियो बहुत ही महत्वपूर्ण। ठीक है क्लीयर। तो ठीक है राजे फिर अज दे लई इन्ना ही तुहाडा सारिਆਂ ਦਾ बहुत बहुत धन्यवाद। बस इसे तरीके नाल बने रहा करो मेरे नाल पंजाब अड्डा 24/7 ਦੇ YouTube चैनल ਤੇ। ओके राजे थैंक यू टेक केयर बाय सत श्री अकाल सारिਆਂ ਨੂੰ।